सतनाम धन वाहिगुरु साहिब जी। भूख तुखार ना व्यापई, कंठ मिलिया हर नाम। मन विद्या चरनार बिंद, दर्शन लगड़ा शाह। ऊट गोविंद गोपाल राय, सेवा स्वामी ला। दिखया कोई न सकई, मिल साधु गुण गा। जैते उपजी तह मिली, सच्ची प्रीत समा। कर गए लीनी पार ब्रह्म, बहुड़ न बिछड़िया। बार जाऊं लख बीरिया, हर सज्जन अगम आगा। शर्म पई नारायण, नानक दर पईया। ऊख सुहंदा सर्ब सुख, जिस बख्शे वे परवाह। शर्म पई नारायण, नानक दर पईया। ऊख सुहंदा सर्ब सुख, जिस बख्शे वे परवाह। वाहिगुरु जी का खालसा, वाहिगुरु जी की फतेह। परम सत्कारयोग धन धन साहिब श्री गुरु ग्रंथ साहिब महाराज, जुगो जुगे अटल जागदी जोत। बाणी के लोहित सरवरे कायनात, शांति दे पुंज, ज्ञान दे सागर, रूहानियत दे भंडार, ज्ञान दे मुजस्मे सतगुरु साहिब जी दी पावन पवित्र हजूरी दे विच अज विशेष तौर पे पोह दे महीने दी संगरांद नूं मुख रख के आप जी विशेष तौर पे गुरु घर विच हाजरियां भर रहे हो और अगे नालों विशेष तौर पे समा दे रहे हो। सारियां संगतां करो मन बिरतियां एकागर, लगाओ आपो अपनी हाजरी ते उच्चारण करो सारे सतनाम श्री वाहिगुरु जी। भूख पुखार ना व्यापई, कंठ मिलिया हर नाम। पोह दा महीना जो कि अत दी ठंड दा महीना है। पंजाब देश दे मौसम अनुसार इत्थे साल विच 6 रुतां आउंदियां हन ते 12 महीनों दियां 6 रुतां 2-2 महीने की एक रुत। ते पोह ते माघ ये जो 2 महीने हैं, इन्हां नूं सरद रुत कहा जाता है। भाव ये ठंडी रुत दे 2 महीने हैं।
तो ਪੋਹ ਤੋਂ ਜਿਹੜਾ ਪਾਲਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਤੇ ਵੈਸੇ ਅੱਸੂ ਦੇ ਮਹੀਨੇ ਤੋਂ ਹੀ ਇਹ ਪਾਲਾ ਜਿਹੜਾ ਜਨਮ ਲੈ ਲੈਂਦਾ ਹੈ। ਬਜ਼ੁਰਗਾਂ ਦੀ ਕਹਾਵਤ ਸੀ ਕਿ ਅੱਸੂ ਨਾ ਸੁਖਾਲਾ, ਦਿਨੇ ਧੁੱਪ ਰਾਤ ਨੂੰ ਪਾਲਾ। ਭਾਵ ਅੱਸੂ ਦੇ ਮਹੀਨੇ ਦਾ ਇਹ ਮੌਸਮ ਕਿ ਦਿਨੇ ਧੁੱਪ ਲੱਗਣੀ, ਰਾਤ ਨੂੰ ਠੰਡ ਮਹਿਸੂਸ ਕਰਨੀ। ਫਿਰ ਮੱਘਰ ਦੇ ਮਹੀਨੇ ਵਿੱਚ ਦਿਨੇ ਵੀ ਠੰਡ ਤੇ ਰਾਤ ਨੂੰ ਵੀ ਠੰਡ ਮਹਿਸੂਸ ਹੋਣੀ। ਤੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਫਿਰ ਇਹ ਪਾੜਾ 2 ਮਹੀਨਿਆਂ ਦੇ ਵਿੱਚ ਜਵਾਨ ਹੋ ਜਾਂਦਾ ਹੈ ਤੇ ਇਹ ਆਪਣੀ ਪੂਰੀ ਅੱਤ ਕਰਦਾ ਹੈ। ਪੋਹ ਦੇ ਮਹੀਨੇ ਦੇ ਮੌਸਮ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਤੁਖਾਰੀ ਰਾਗ ਵਿੱਚ ਬਚਨ ਕਹੇ ਸਨ ਕਿ ਪੋਖ ਤੁਖਾਰ ਪੜੈ, ਵਣ ਤ੍ਰਿਣ ਰਸ ਚੁੱਪ ਸੁਖ ਹੈ। ਕਿ ਜਦੋਂ ਪੋਹ ਦੇ ਮਹੀਨੇ ਵਿੱਚ ਤੁਖਾਰ ਦਾ ਅਰਥ ਹੈ ਠੰਡ, ਕੱਕਰ ਬਰਫ਼ ਔਰ ਕੋਰਾ ਜੰਮਦਾ ਹੈ, ਉਹਨੂੰ ਕੱਕਰ ਕਿਹਾ ਜਾਂਦਾ ਹੈ। ਸ਼ਹਿਰ ਵਿੱਚ ਤੇ ਕੋਰੇ ਦਾ ਪਤਾ ਨਹੀਂ ਲੱਗਦਾ, ਪਰ ਤੁਸੀਂ ਬਾਹਰ ਪਿੰਡਾਂ ਥਾਵਾਂ ਤੇ ਖੇਤਾਂ ਵਿੱਚ ਕਿਤੇ ਪੋਹ ਦੇ ਮਹੀਨੇ 'ਚ ਨਿਕਲੋ ਤੇ ਸਾਰਾ ਘਾਹ, ਸਾਰੀ ਫਸਲ, ਰਸਤੇ ਕੋਰੇ ਦੇ ਨਾਲ ਚਿੱਟੇ ਹੋਏ ਪਏ ਹੁੰਦੇ ਨੇ। ਇਹਨੂੰ ਕਹਿੰਦੇ ਕੱਕਰ। ਤੋ ਇਹ ਜਿਹੜਾ ਕੱਕਰ ਹੈ ਜਦੋਂ ਪੋਹ ਦੇ ਮਹੀਨੇ 'ਚ ਪੈਂਦਾ ਤੇ ਇਹਦਾ ਅਸਰ ਕੀ ਹੁੰਦਾ? ਮਹਾਰਾਜ ਕਹਿੰਦੇ ਵਣ ਤ੍ਰਿਣ ਰਸ ਸੁਖ ਹੈ। ਇਹ ਵਣ ਤੇ ਤ੍ਰਿਣ ਕੱਖਾਂ ਦਾ ਭਾਵ ਕੱਖ ਤੋਂ ਲੈ ਕੇ ਜੰਗਲਾਂ ਤੱਕ ਜੋ ਵੀ ਬਨਸਪਤੀ ਹੈ, ਇੱਕ ਕਰੀਲਾ ਪਾੜਾ ਉਹਦੇ ਰਸ ਨੂੰ ਸਾੜ ਦਿੰਦਾ, ਉਹਦੇ ਰਸ ਨੂੰ ਸੁਕਾ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੰਜਾਬ ਦੀ ਧਰਤੀ ਤੇ ਹੋਇਆ ਔਰ ਉਹਨਾਂ ਨੇ ਬਾਣੀ ਵੀ ਪੰਜਾਬ ਦੇ ਮੌਸਮ ਦੇ ਆਧਾਰ ਤੇ ਹੀ ਉਚਾਰਨ ਕੀਤੀ ਹੈ। ਇਸ ਲਈ ਇਹ ਵਣ ਤ੍ਰਿਣ ਰਸ ਸੁਖ ਹੈ ਦਾ ਠੰਡ ਦਾ ਅਸਰ ਕੇਵਲ ਇਹ ਪੰਜਾਬ ਦੀ ਧਰਤੀ ਤੇ ਐਸਾ ਹੁੰਦਾ ਹੈ। ਪਰ ਜੇ ਆਪਾਂ ਪੱਛਮੀ ਮੁਲਕਾਂ ਦੀ ਗੱਲ ਕਰੀਏ, ਕੈਨੇਡਾ ਅਮਰੀਕਾ ਦੀ, ਤੇ ਉੱਥੇ ਇਸ ਪਾਲੇ ਦਾ ਇੰਨਾ ਅਸਰ ਹੁੰਦਾ ਜੇ ਕਿ ਉਹ ਕੇਵਲ ਰਸ ਹੀ ਨਹੀਂ ਸੁਕਾਉਂਦਾ, ਉਹ ਤੇ ਸਾਰੇ ਪੱਤੇ ਹਰਿਆਵਲਤਾ ਖਤਮ ਕਰ ਦਿੰਦਾ ਹੈ ਔਰ ਦਰਖਤ ਦੀਆਂ ਕੇਵਲ ਟਹਿਣੀਆਂ ਤੇ ਟਹਿਣੇ ਹੀ ਦਿਖਾਈ ਦਿੰਦੇ ਨੇ, ਉਹ ਵੀ ਬਰਫ਼ ਨਾਲ ਢਕੇ ਹੋਏ, ਲਿਬੜੇ ਹੋਏ। ਮੈਂ ਦਸੰਬਰ ਦੇ ਮਹੀਨੇ 'ਚ, ਇਸੇ ਮਹੀਨੇ 'ਚ ਜਦੋਂ ਕੈਨੇਡਾ ਗਿਆ ਤੇ ਉੱਥੇ ਜਾ ਕੇ ਮੈਂ ਇਹ ਦ੍ਰਿਸ਼ ਵੇਖਿਆ। ਮੈਂ ਕਿਹਾ ਇੱਥੇ ਪੱਤੇ ਕੋਈ ਨਹੀਂ ਦਰਖਤਾਂ 'ਤੇ। ਉਹ ਕਹਿੰਦੇ ਇਹ ਬਰਫ਼ ਕਰਕੇ ਇਹ ਜਿਹੜੀ ਪਾੜਾ, ਇਹ ਕੋਰਾ, ਇਹ ਤੁਖਾਰ ਬਰਫ਼ ਜਿਹੜੀ ਹੈ ਇਹ ਦਰਖਤਾਂ ਦਾ, ਬਨਸਪਤੀ ਦਾ ਰਸ ਸੁਕਾ ਦਿੰਦੀ ਹੈ। ਤੇ ਹਜ਼ੂਰ ਫਰਮਾਉਂਦੇ ਨੇ ਐਸੀ ਠੰਡ, ਐਸੇ ਕਕਰੀਲੇ ਮੌਸਮ ਦੇ ਵਿੱਚ ਵੀ ਪਿਆਰਿਓ ਕੰਠ ਮਿਲਿਆ ਹਰ ਨਾਹੋ। ਜੇ ਤੁਹਾਡਾ ਨਾ ਪਤੀ ਪਰਮੇਸ਼ਰ ਤੁਹਾਡੇ ਕੋਲ ਹੈ ਜਾਂ ਤੁਸੀਂ ਉਹਦੇ ਕੋਲ ਹੋ, ਤੁਹਾਨੂੰ ਯਾਦ ਹੈ, ਤੁਹਾਡੇ ਹਿਰਦੇ ਵਿੱਚ ਹੈ, ਤੁਹਾਡੀ ਕੰਠ ਵਿੱਚ ਹੈ, ਜੇ ਉਹਦਾ ਚਿੰਤਨ ਹੈ ਤੇ ਫਿਰ ਇਹ ਪਾੜਾ ਵੀ
ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਮਹਾਰਾਜ ਜੀ ਨੇ 5 ਪੋਹ ਨੂੰ ਜਦੋਂ ਅਨੰਦਪੁਰ ਸਾਹਿਬ ਛੱਡਿਆ, ਉਸ ਵੇਲੇ ਵੀ ਇਹ ਸਰਦੀ ਜ਼ੋਰਾਂ ਤੇ ਸੀ। ਫਿਰ ਅੱਗੇ ਸਰਸਾ ਨਦੀ ਦਾ ਠੰਡਾ ਪਾਣੀ ਉਸ ਨੂੰ ਚੀਰਦੇ ਹੋਏ ਗੁਰੂ ਕੇ ਲਾਲ, ਗੁਰੂ ਕੇ ਸਿੱਖ, ਸਾਡੀਆਂ ਬਿਰਧ ਮਾਤਾਵਾਂ ਤੇ ਸਾਡੇ ਨੌਜਵਾਨ ਵੀਰ ਸਾਰੇ ਉਸ ਸਰਸਾ ਨੂੰ ਪਾਰ ਕਰਨ ਵਾਸਤੇ ਉਸ ਨਦੀ ਦੇ ਵਿੱਚ ਵਹਿ ਤੁਰੇ। ਇਹ ਗੱਲ ਵੱਖਰੀ ਕਿ ਨਦੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਮੂਹਰੇ ਧਾਰ ਵਰਖਾ ਜ਼ੋਰ ਦੀ ਹੋਣ ਕਰਕੇ ਉਹ ਇੰਨਾ ਤੇਜ਼ ਪਾਣੀ ਸੀ ਕਿ ਉਹ ਕਈ ਸਰੀਰਾਂ ਨੂੰ ਰੋੜ ਕੇ ਲੈ ਗਿਆ, ਕਈ ਕੀਮਤੀ ਵਸਤੂਆਂ ਨੂੰ ਉਹ ਰੋੜ ਕੇ ਲੈ ਗਿਆ। ਕੇਵਲ ਪਾਰ ਲੰਘਣ ਵਾਲੇ ਸਿੱਖਾਂ ਦੀ ਗਿਣਤੀ 40 ਤੇ 2 ਸਾਹਿਬਜ਼ਾਦੇ ਤੇ ਪਾਤਸ਼ਾਹ ਆਪ, ਉਧਰ 2 ਛੋਟੇ ਸਾਹਿਬਜ਼ਾਦੇ ਤੇ ਬਿਰਧ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਆਦਿ। ਕੇਵਲ ਇੰਨਾ ਕੀ ਵਹੀਰ ਇਹ ਉਸ ਸਰਸਾ ਨੂੰ ਪਾਰ ਕਰ ਗਿਆ। ਪਰ ਇਸ ਠੰਡੀ ਤੇ ਹਨੇਰੀ ਰਾਤ ਨੇ ਵੀ ਇੱਥੇ ਵਿਛੋੜਾ ਪਾ ਦਿੱਤਾ। ਉੱਥੇ ਅੱਜ ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਹੈ। ਇਹ ਸਾਡਾ ਪੋਹ ਦੇ ਮਹੀਨੇ ਦਾ ਇਤਿਹਾਸ ਹੈ। ਤੋਂ 5 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਿਆ। ਇੱਥੇ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਰਿਵਾਰ ਦਾ ਹਿੱਸਾ ਸਤਿਗੁਰਾਂ ਦੇ ਨਾਲ ਉੱਥੋਂ ਵੱਖਰਾ ਰਸਤਾ ਪਕੜ ਕੇ ਗਏ। ਦੂਸਰਾ ਹਿੱਸਾ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਤੇ ਤੀਸਰਾ ਪਰਿਵਾਰ ਦਾ ਹਿੱਸਾ ਗੁਰੂ ਕੇ ਮਹਿਲ ਭਾਈ ਮਨੀ ਸਿੰਘ, ਭਾਈ ਜਵਾਰ ਸਿੰਘ, ਭਾਈ ਧਿਆਨ ਸਿੰਘ। ਇਹਨਾਂ ਸਿੱਖਾਂ ਦੇ ਨਾਲ ਇਹ ਛੋਟਾ ਜਿਹਾ ਕਾਫਲਾ ਵੱਖਰਾ ਹੋ ਗਿਆ। ਤੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੱਸਿਆ ਕਿ ਭਾਵੇਂ ਇੰਨੀ ਠੰਡ ਹੋਵੇ ਤੇ ਕੋਈ ਮੁਸੀਬਤ ਏਡੀ ਹੋਵੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਨੇ ਹਮਲਾ ਕੀਤਾ ਹੋਵੇ, ਪਰ ਗੁਰੂ ਕੇ ਸਿੱਖੋ ਕਦੇ ਆਪਣਾ ਨਿਤਨੇਮ ਨਾ ਛੱਡਿਓ, ਕਦੇ ਗੁਰੂ ਦਾ ਲੜ ਨਾ ਛੱਡਿਓ, ਸ਼ਬਦ ਦਾ ਲੜ ਨਾ ਛੱਡਿਓ। ਅਨੰਦਪੁਰ ਸਾਹਿਬ ਤੋਂ ਬਾਹਰ ਆਣ ਕੇ ਕੀਰਤਪੁਰ ਸਾਹਿਬ ਤੋਂ ਅੱਗੇ ਘਮਸਾਣ ਦਾ ਯੁੱਧ ਹੋ ਰਿਹਾ ਸੀ ਔਰ ਗੁਰੂ ਸਾਹਿਬ ਜੀ ਦਾ ਫਰਮਾਨ ਆਇਆ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ, ਆਸਾ ਜੀ ਦੀ ਵਾਰ ਦਾ ਸਮਾਂ ਹੈ, ਇਸ ਲਈ ਆਓ ਸਾਰੇ ਦੀਵਾਨ ਸਜਾਈਏ। ਤੋ ਇਸ ਦੀਵਾਨ ਵਿੱਚ ਗੁਰੂ ਸਾਹਿਬ ਜੀ ਦੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸਾਹਮਣੇ ਬੈਠੇ ਬੜੇ ਧਿਆਨ ਨਾਲ ਸਤਿਗੁਰੂ ਇਹਨਾਂ ਵੱਲ ਤੱਕ ਰਹੇ ਸਨ। ਸ਼ਾਇਦ ਇਹ ਆਖਰੀ ਮੁਲਾਕਾਤ ਸੀ, ਇਸ ਕਰਕੇ ਮਹਾਰਾਜ ਜੀ ਖਾਸ ਕਰਕੇ ਧਿਆਨ ਦੇ ਕੇ ਔਰ ਮੁਖ ਤੇ ਸਿੱਖ ਸੂਰਮਿਆਂ ਦੀ ਰਸਨਾ ਤੇ ਇਹ ਸ਼ਬਦ ਸਨ ਕਿ ਅਸੀਂ ਆਖਰੀ ਸਵਾਸਾਂ ਤੱਕ ਧਰਮ ਯੁੱਧ ਕਰਕੇ ਹੀ ਸ਼ਹੀਦ ਹੋਵਾਂਗੇ, ਪੈਰਾਂ ਵਾਂਗ ਭੱਜਦੇ ਨਹੀਂ। ਤੋ ਇਹ ਸੂਰਮਿਆਂ ਦੀ ਪਹਿਚਾਨ ਹੈ। ਤਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ
चित में युद्ध विचारै। तंता जोग ने ओ गुरु के लाल, जिन्हां दी चित विच शब्द सी, गुरु दा दिता होया सिमरन सी, ते अपनी जबान तो युद्ध दीयां गल्लां करदे सन। ते युद्ध दीयां केवल गल्लां ही नहीं, युद्ध लड़दे पए सन। धन जियो ते को जग में, मुख ते हर, चित में युद्ध विचारै। देह अनित ना नित रहे। कहते ये देह जिहड़ी है ना, ये अनित है। अनित का भाव हुंदा कि ये नाशवंत है, ये नित रहन वाली नहीं। इन्हें तो एक दिन जाना ही है। तो क्यों ना आपां चंगे तरीके नाल जाइए, चंगे काम करके जाइए, चंगे पासे लग के जाइए, परोपकार करके जाइए, कोई समाज सेवा करिए, कोई धर्म का प्रचार करिए, धर्म का कार्य करिए। देह अनित ना नित रहे, जस नाव चढ़े भव सागर तारे। ऐसा कर्म करो कि ये देह तुहानू जस नाव, जस दी बेड़ी ते चढ़ा दे। ते ऐसी बेड़ी ते चढ़ जाओ कि वो बेड़ी केवल नदी ते दरिया पार करन वाली नहीं, वो ते तुहानू भव सागर तो पार करन वाली। जस नाव चढ़े भव सागर तारै, धीरज धाम बनाए यह तन। कहते इस शरीर नू, अपने मन नू तुसी धीरज दा घर बना लवो। कदे तुहाडी धीरज डोले ना, कदे चित डावां डोल ना होवे। डावां डोल बिरती उदों तक ही हुंदी है जदों तक मनुख दा अपने गुरु ते भरोसा नहीं हुंदा, विश्वास नहीं हुंदा। बाणी के वचन है कि डीगन डोला तऊ लो, जाओ मन के भरमा। भ्रम काटे गुर अपने उन कीने धर्मा। कबीर डगमग क्या करे, कहाँ डुलावे जियो। सर्व सूख को नायको, राम नाम रस पियो। धीरज धाम बनाए यह तन, बुद्ध सो दीपक ज्यों उजियारे। कहते गुरु के सिखा, तेरी बुद्ध ऐसा दीपक बन जावे, तेरी बुद्ध इन्नी रोशन हो जावे, तेरा दिमाग इन्ना रोशन होवे कि उहदे विच गुरु दा ज्ञान भरिया होवे। ते गुरु दा बख्शिया ज्ञान ही तेरी जिंदगी दा रोशन मनारा बनेगा। यही तेरे वास्ते एक टार्च बनेगी, यही तेरे वास्ते लाइट बनेगी। बुद्ध सो दीपक ज्यों उजियारे, ज्ञानै की बढ़नी मनो हाथ लै। ज्ञानै की बढ़नी कहते ज्ञान की बौकर, ज्ञान का झाड़ू। बढ़नी का अर्थ हुंदा झाड़ू। ज्ञानै की बढ़नी मनो हाथ लै, इनू मन रूपी हथ विच फड़। गुरु का ज्ञान तेरे मन करके तैनू होवे, केवल किताबां विच ना होवे। केवल किताबी ज्ञानी ना बनी कि मैं किताबां बहुत लिखियां, मैं किताबां बहुत पढ़ियां, ते केवल उन्हां नूं लिखण ते पढ़न दा मान ही ना चुकी फिरी। कुछ कमाया भी है तो वो अपने मन विच रख। ज्ञानै की बढ़नी मनो हाथ लै, कातर ताकत वार बहारै। कहते ज्ञान की बौकर दे नाल मन रूपी हथ विच फड़ के ते कातरता पतवार बहारै।
ਕਾਤਰਤਾ ਦਾ ਭਾਵ ਹੈ ਕਾਇਰਪੁਣਾ, ਬੁੱਝਦਿਲੀ, ਕਮਜ਼ੋਰੀ। ਤੋ ਇਹ ਜਿਹੜੇ ਤੇਰੇ ਵਿੱਚ ਔਗਣ ਹੈ ਨਾ, ਇਹਨਾਂ ਨੂੰ ਹੂੰਝ ਕੇ ਬਾਹਰ ਸੁੱਟ ਦੇ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਮਾਰਗ ਦੱਸਿਆ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਆਪਣਾ ਸਿਰ ਭੇਟ ਕਰ। ਸਿਰ ਸ਼ਰੀਕ ਕਰਕੇ ਵੀ ਕਿਹਾ ਜਾਂਦਾ ਹੈ, ਤੇ ਸਿਰ ਤੋਂ ਭਾਵ ਆਪਣਾ ਮਨ ਤੇ ਆਪਣੇ ਆਪ ਦਾ ਅਹੰਕਾਰ ਰੂਪੀ ਸਿਰ ਭੇਟ ਕਰਦੇ, ਇਹਨੂੰ ਵੱਢ ਕੇ ਸੁੱਟ ਦੇ ਪਰੇ। ਇਹ ਹੰਕਾਰ ਅੰਦਰੋਂ ਕੱਢ, ਕਿਉਂਕਿ ਹੰਕਾਰੀ ਮਨੁੱਖ ਨੂੰ ਕਦੇ ਰੱਬ ਨਹੀਂ ਮਿਲਦਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਟ ਸੁਣਾਵੇ। ਇਹ ਗੱਲ ਕੇਵਲ ਗੁਰੂ ਨਹੀਂ ਕਹਿ ਰਿਹਾ, ਇਸ ਤੋਂ ਪਹਿਲਾਂ ਲਿਖੇ ਗ੍ਰੰਥ ਵੇਦ ਸ਼ਾਸਤਰ ਵੀ ਪੁਕਾਰ ਪੁਕਾਰ ਕੇ, ਰੌਲਾ ਪਾ ਪਾ ਕੇ ਇਹ ਗੱਲ ਆਖ ਰਹੇ ਨੇ ਕਿ ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਟ ਸੁਣਾਵੇ। ਤੋ ਗੁਰੂ ਸਾਹਿਬ ਜੀ ਦੇ ਮਰ ਜੀਵੜੇ ਗੁਰੂ ਕੇ ਲਾਲ, ਪੋਹ ਦੇ ਮਹੀਨੇ ਦੀ ਠੰਡ ਦੀ ਪ੍ਰਵਾਹ ਕੀਤੇ ਬਿਨਾ ਉਹ ਧਰਮ ਯੁੱਧ ਕਰ ਰਹੇ ਸਨ। ਫਿਰ ਇੱਥੇ ਹੀ ਬਸ ਨਹੀਂ, ਛੋਟੇ ਸਾਹਿਬਜ਼ਾਦਿਆਂ ਨੂੰ ਵੀ ਇਸੇ ਠੰਡ ਵਿੱਚ, ਠੰਡੇ ਬੁਰਜ ਵਿੱਚ, ਸਰਹੰਦ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ। ਪਰ ਕੰਠ ਮਿਲਿਆ ਹਰ ਨਾਹੋ। ਉਹਨਾਂ ਦੇ ਕੰਠ ਵਿੱਚ ਵੀ ਗੁਰੂ ਕੀ ਬਾਣੀ ਸੀ, ਉਹਨਾਂ ਦੇ ਕੰਠ ਵਿੱਚ ਵੀ ਗੁਰੂ ਕਾ ਸ਼ਬਦ ਸੀ, ਉਹਨਾਂ ਦੇ ਕੰਨਾਂ ਵਿੱਚ ਗੁਰੂ ਕੀ ਬਾਣੀ ਸੀ। ਦਾਦੀ ਮਾਂ ਦੀਆਂ ਦਿੱਤੀਆਂ ਲੋਰੀਆਂ ਉਹਨਾਂ ਨੂੰ ਯਾਦ ਸੀ ਕਿ ਆਪਣੇ ਦਾਦੇ ਵੱਲ ਧਿਆਨ ਰੱਖਿਓ। ਆਪਾਂ ਤੁਹਾਡੇ ਦਾਦੇ ਕੋਲ ਥੋੜੀ ਦੇਰ ਤੱਕ ਚਲੇ ਜਾਣਾ ਹੈ। ਜਦੋਂ ਸਾਹਿਬਜ਼ਾਦੇ ਪੁੱਛਦੇ ਨੇ ਕਿ ਦਾਦੀ ਮਾਂ ਆਪਣਾ ਕਿਲਾ ਕਿੱਥੇ ਰਹਿ ਗਿਆ, ਭਰਾ ਕਿੱਥੇ ਰਹਿ ਗਏ, ਪਿਤਾ ਜੀ ਕਿੱਥੇ ਚਲੇ ਗਏ, ਤਾਂ ਉਸ ਵੇਲੇ ਦਲੇਰ ਦਾਦੀ ਮਾਂ, ਜਿਨੇ ਗੁਰਮਤ ਦੀ ਕਮਾਈ ਕੀਤੀ ਹੈ ਔਰ ਜਿਸਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੀਸ ਪ੍ਰਾਪਤ ਕੀਤੀ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਹੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਦੀ ਧਰਤੀ ਤੇ ਆਪਣੇ ਹੱਥੀਂ ਕੀਤਾ ਸੀ। ਉਸ ਵੇਲੇ ਅਸ਼ੀਰਵਾਦ ਦਿੱਤੀ ਸੀ ਕਿ ਇਹ ਜੋੜੀ ਬਖਤਾਵਰ ਜੋੜੀ ਹੈ। ਬਖਤਾਵਰ ਦਾ ਅਰਥ ਇਹ ਬੜੀ ਭਾਗੀਸ਼ਾਲੀ ਹੈ ਔਰ ਇਹ ਮਹਾਨ ਹੈ, ਇਹਨਾਂ ਦਾ ਨਾਮ ਸਦਾ ਅਮਰ ਰਹੇਗਾ। ਇਹ ਆਸੀਸ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਾਲ ਸੀ। ਇਸ ਕਰਕੇ ਦਾਦੀ ਮਾਤਾ ਗੁਜਰ ਕੌਰ ਜੀ ਲੋਰੀਆਂ ਅੱਜ ਵੀ ਠੰਡੇ ਬੁਰਜ ਵਿੱਚ ਦੇ ਰਹੀ ਸੀ। ਅੰਮ੍ਰਿਤ ਵੇਲੇ ਉੱਠਦੇ ਨੇ, ਨਿਤਨੇਮ ਹੁੰਦਾ ਹੈ। ਫਿਰ ਮਾਤਾ ਜੀ ਦਾਦਾ ਸਤਿਗੁਰੂ ਜੀ ਦੀਆਂ ਕਹਾਣੀਆਂ ਸੁਣਾਉਂਦੀ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸੁਣਾਉਂਦੀ ਹੈ। ਕੰਠ ਮਿਲਿਆ ਹਰ ਨਾਹੋ, ਜਿਨ੍ਹਾਂ ਦੇ ਕੰਠ ਵਿੱਚ ਇਹ ਸਾਰਾ ਕੁਝ ਹੋਵੇ, ਜਿਨ੍ਹਾਂ ਦੇ ਗੁਰੂ ਅੰਗ ਸੰਗ ਹੋਵੇ,
ਜਿਨ੍ਹਾਂ ਨੂੰ ਆਪਣਾ ਇਤਿਹਾਸ ਤੇ ਆਪਣਾ ਵਿਰਸਾ ਅੰਦਰ ਸਾਂਭਿਆ ਹੋਵੇ, ਮਨ ਬੀਤਿਆ ਚਰਨਾਰ ਬਿਨ ਦਰਸ਼ਨ ਲਗੜਾ ਸ਼ਾਹ। ਉਹਨਾਂ ਦਾ ਮਨ ਹਮੇਸ਼ਾ ਵਿਨਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਵਿਦੜੋ ਸੱਚ ਥੋਕ, ਨਾਨਕ ਮਿਠੜਾ ਸੋ ਧਨੀ। ਹਰ ਵੇਲੇ ਉਹ ਗੁਰੂ ਦੇ ਦਰਸ਼ਨ ਆਪਣੀਆਂ ਅੰਦਰਲੀਆਂ ਅੱਖਾਂ ਨਾਲ ਕਰਦੇ ਨੇ। ਊਟ ਗੋਬਿੰਦ ਗੋਪਾਲ ਰਾਈ, ਸੇਵਾ ਸੁਆਮੀ ਲਾ। ਉਹਨਾਂ ਨੂੰ ਮਨ ਕਰਕੇ ਵੀ ਓਟ ਗੋਬਿੰਦ ਦੀ, ਤਨ ਕਰਕੇ ਵੀ ਓਟ ਗੋਪਾਲ ਰਾਏ ਪਰਮਾਤਮਾ ਦੀ ਹੈ। ਤੇ ਮਾਲਕ ਦੀ ਸੇਵਾ ਕਰਨ ਦਾ ਲਾਹਾ ਹੀ ਉਹ ਜੀਵਨ ਵਿੱਚ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਨੇ। ਵਿਖਿਆ ਕੋਹੇ ਨਾ ਸਕਈ, ਮਿਲ ਸਾਧੂ ਗੁਣ ਗਾ। ਉਹਨਾਂ ਨੂੰ ਕਦੇ ਵਿਖਿਆ ਵਿਸ਼ੇ ਵਿਕਾਰ ਨਹੀਂ ਹੋ ਸਕਦੇ। ਉਹਨਾਂ ਨੂੰ ਵਿਖਿਆ ਮਾਇਆ ਦਾ ਲਾਲਚ ਵੀ ਕਦੇ ਡੁਲਾ ਨਹੀਂ ਸਕਦਾ, ਕਦੇ ਭਰਮਾ ਨਹੀਂ ਸਕਦਾ। ਤੋ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾ। ਤੇ ਹਮੇਸ਼ਾ ਉਹ ਸਾਧੂ ਸੰਗਤ ਕਰਦੇ ਨੇ, ਸਾਧ ਸੰਗਤ ਕਰਦੇ ਨੇ। ਤੇ ਸਾਧ ਸੰਗਤ ਕਰਕੇ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਜਿਸ ਪ੍ਰਮਾਤਮਾ ਤੋਂ ਇਹ ਦੇਹ ਪੈਦਾ ਹੋਈ ਹੈ, ਇਹ ਸਰੀਰ ਪੈਦਾ ਹੋਇਆ, ਤੈ ਮਿਲੀ, ਉਹ ਉਸੇ ਨਾਲ ਹੀ ਮਿਲੇ ਰਹਿੰਦੇ ਨੇ, ਉਸੇ ਨਾਲ ਹੀ ਜੁੜੇ ਰਹਿੰਦੇ ਨੇ। ਉਸੇ ਦੀ ਸੇਵਾ ਸਿਮਰਨ ਵਿੱਚ ਲਾ ਕੇ ਇਹਨੂੰ ਸਫਲਾ ਕਰਕੇ ਤੇ ਉਹਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਔਰ ਸੱਚੀ ਪ੍ਰੀਤ ਵਿੱਚ ਸਮਾਉਂਦੇ ਨੇ, ਦਿਲੋਂ ਪ੍ਰੀਤ ਕਰਦੇ ਨੇ। ਤੇ ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ। ਉਹੀ ਸੱਚੇ ਪਿਆਰੇ ਨੇ ਜਿਹੜੇ ਦਿਲੋਂ ਗੁਰੂ ਨਾਲ ਮੁਹੱਬਤ ਕਰਦੇ ਨੇ। ਕਰ ਗਏ ਲੀਨੀ ਪਾਰ ਬ੍ਰਹਮ, ਬੋੜ ਨਾ ਵਿਛੜਿਆ। ਉਹਨਾਂ ਦਾ ਘਰ ਹੱਥ ਪਕੜ ਕੇ ਪਾਰ ਬ੍ਰਹਮ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ, ਆਪਣੇ ਨਾਲ ਮਿਲਾ ਲਿਆ, ਆਪਣੇ ਘਰ ਦੇ ਅੰਦਰ ਨਿਵਾਸ ਦੇ ਦਿੱਤਾ ਹੈ। ਤੇ ਪਰਤ ਕੇ ਫਿਰ ਉਹਨਾਂ ਦਾ ਕਦੇ ਵਿਛੋੜਾ ਨਹੀਂ ਪੈਂਦਾ, ਕਦੇ ਉਹ ਵਿਛੜ ਕੇ ਦੁਖੀ ਨਹੀਂ ਹੁੰਦੇ। ਬਾਹਰ ਜਾਉ ਲੱਖ ਬੇਰੀਆ, ਹਰ ਸੱਜਣ ਅਗਮ ਅਗਾ। ਐਸੇ ਕਮਾਈ ਵਾਲੇ ਸੰਤ ਜਨਾਂ ਤੋਂ, ਗੁਰਸਿੱਖ ਖਾਲਸੇ ਤੋਂ, ਉਹਨਾਂ ਸਿੱਖ ਸੰਗਤਾਂ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਮੈਂ ਕੁਰਬਾਨ ਜਾਂਦਾ ਵਾਂ। ਇੱਕ ਦੋ ਚਾਰ ਵਾਰੀ ਨਹੀਂ, ਲੱਖ ਬੇਰੀਆ, ਲੱਖਾਂ ਵਾਰੀ ਵਾਰ ਨੇ ਬਲਿਹਾਰ ਨੇ लख बरिया। नाम हो नाम साहिब को प्राण अदरिया। तो उस परमात्मा दे नाम तो बलिहार हाँ कुर्बान जाई तेरे नावे। जिसनों बख्श लै मेरे प्यारे सो जस तेरा दावे। हर सज्जन अगम अगाहो। हरि परमेश्वर ही सच्चा सज्जन है ते अगम अगाह सज्जन है। बाकी दे सज्जन कल्ले सज्जन ही पूरे नहीं बनते, पर वो सज्जन भी है, अगम भी है, अगाह भी है ते सच्चा भी है। ताई असी रोज पढ़ते हैं सज्जन सच्चा पातशाह सिर शाहां दै शाह। जिस पास बैठिया सोही है सबना दा
ਵੇਸਾ। ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਭਾਈ ਜੇ ਗੁਰੂ ਦੇ ਦਰ ਤੇ, ਵਾਹਿਗੁਰੂ ਦੇ ਦਰ ਤੇ ਅਸੀਂ ਆ ਕੇ ਢਹਿ ਪਈਏ, ਭਾਵ ਉਹਦੇ ਚਰਨਾਂ ਤੇ ਡਿੱਗ ਪਈਏ, ਉਹਦੇ ਚਰਨਾਂ ਨੂੰ ਪਕੜ ਲਈਏ ਤੇ ਤਰਲਾ ਲਈਏ, ਅਰਦਾਸ ਕਰੀਏ, ਤੇ ਫਿਰ ਸ਼ਰਮ ਪਈ ਨਾਰਾਇਣ। ਉਹਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਹੁਣ ਮੇਰੇ ਦਰ ਤੇ ਆ ਗਿਆ, ਇਹਨੇ ਹੋਰ ਕਿੱਥੇ ਜਾਣਾ, ਮੇਰੇ ਤੋਂ ਵੱਡਾ ਦਰ ਤੇ ਕੋਈ ਹੈ ਵੀ ਨਹੀਂ, ਇਸ ਵਾਸਤੇ ਹੋਰ ਕਿੱਥੇ ਜਾਣਾ। ਇੱਕ ਉਦਾਹਰਨ ਦੇ ਕੇ ਮੈਂ ਸਮਾਪਤੀ ਕਰਾਂ। ਅਸੀਂ ਘਰ ਵਿੱਚ ਕੁੱਤਾ ਰੱਖਿਆ ਹੋਇਆ ਤੇ ਕੁੱਤੇ ਨੂੰ ਕਈ ਵਾਰੀ ਅਸੀਂ ਦਬਕਾ ਕੇ, ਡੰਡਾ ਵਿਖਾ ਕੇ ਘਰੋਂ ਬਾਹਰ ਵੀ ਕੱਢ ਦਈਏ ਤੇ ਦਰਵਾਜ਼ਾ ਬੰਦ ਵੀ ਕਰ ਲਈਏ, ਤੇ ਕੁੱਤਾ ਫੇਰ ਵੀ ਦਰਵਾਜ਼ੇ ਤੋਂ ਬਾਹਰ ਹੀ ਬੈਠਾ ਰਹਿੰਦਾ। ਉਹ ਕਿਤੇ ਦਰ ਛੱਡ ਕੇ ਜਾਂਦਾ ਨਹੀਂ। ਪਰ ਜਦੋਂ ਦਰਵਾਜ਼ਾ ਖੁੱਲ੍ਹਦਾ ਤੇ ਮਾਲਕ ਬਾਹਰ ਨਿਕਲਦਾ ਤੇ ਕੁੱਤਾ ਫੇਰ ਮਾਲਕ ਦੇ ਪੈਰੀ ਪੈ ਜਾਂਦਾ, ਉਹਦੇ ਪੈਰਾਂ ਨੂੰ ਚੁੰਮੇਗਾ, ਉਹਦੇ ਪੈਰਾਂ ਦੀ ਧੂੜ ਨੂੰ ਸੁੰਘੇਗਾ ਤੇ ਆਪਣੀ ਪੂਛਲ ਹਿਲਾਏਗਾ। ਕੁੱਤਾ ਅਸਲ ਵਿੱਚ ਪੂਛ ਹਿਲਾਉਣ ਦਾ ਮਤਲਬ ਇਹ ਹੁੰਦਾ ਕਿ ਤੂੰ ਅੱਜ ਤੱਕ ਜੋ ਮੈਨੂੰ ਦਿੱਤਾ ਨਾ, ਮੈਂ ਉਹਦਾ ਸ਼ੁਕਰਾਨਾ ਕਰ ਰਿਹਾ। ਤੇ ਪੈਰੀ ਪੈਣ ਦਾ ਮਤਲਬ ਹੁੰਦਾ ਕਿ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਤੇ ਮਾਲਕਾ ਮੈਨੂੰ ਮਾਫ ਕਰ, ਪਰ ਹੁਣ ਮੈਂ ਤੇਰਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ। ਤੇ ਉਹੀ ਮਾਲਕ ਜਿਹਨੇ ਘਰੋਂ ਫੁੱਟ ਕੇ ਕੁੱਤੇ ਨੂੰ ਬਾਹਰ ਕੱਢਿਆ ਹੁੰਦਾ, ਉਹ ਦਰਵਾਜ਼ਾ ਖੋਲ੍ਹ ਕੇ ਕਹਿੰਦਾ ਇਹਨੂੰ ਵਾੜੋ ਅੰਦਰ, ਇਹਨੂੰ ਦਿਓ ਦੁੱਧ ਦਾ ਕਟੋਰਾ, ਇਸ ਵਿਚਾਰੇ ਨੇ ਹੋਰ ਕਿਤੇ ਨਹੀਂ ਜਾਣਾ ਸਾਡਾ ਦਰ ਛੱਡ ਕੇ। ਕਹਿੰਦੇ ਇੱਕ ਦੁਨਿਆਵੀ ਮਾਲਕ ਨੂੰ ਇੱਕ ਕੁੱਤੇ ਦੇ ਢੀਠਪੁਣੇ ਦੇ ਉੱਪਰ ਜੇ ਤਰਸ ਆ ਜਾਂਦਾ ਤੇ ਬੰਦਿਆ, ਜੇ ਤੂੰ ਵੀ ਢੀਠ ਹੋ ਕੇ ਗੁਰੂ ਦੇ ਦਰ ਤੇ ਆ ਕੇ ਢਹਿ ਪਵੇਂ, ਗੁਰੂ ਦੇ ਲੜ ਤੂੰ ਲੱਗ ਜਾਵੇਂ ਤੇ ਹੋਰ ਕਿਸੇ ਦਰ ਦੀ ਆਸ ਨਾ ਰੱਖੇ, ਤਾਂ ਫਿਰ ਤੇਰੀ ਸਾਰੀਆਂ ਦਾਤਾਂ ਤੇਰੀ ਝੋਲੀ ਵਿੱਚ ਇੱਥੋਂ ਹੀ ਪੈ ਸਕਦੀਆਂ। ਸੁਆਮੀ ਕੋ ਗ੍ਰਿਓ ਜਿਉ ਸਦਾ ਰੱਖਦਾ ਹੈ, ਸ਼ਾਨਾ ਸਭਨਾ ਦੀ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਬਾਰੀ, ਸਰਮ ਪਈ ਨਾਰਾਇਣ। ਨਾਨਕ ਦਰ ਪਈਆ ਹੋ, ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੀ ਪਰਵਾਹ। ਪੋਹ ਦਾ ਮਹੀਨਾ ਭਾਈ ਉਹਨਾਂ ਦਾ ਸਫਲਾ ਹੈ, ਸੁਹਾਵਣਾ ਹੈ। ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ ਜਿਨ੍ਹਾਂ ਨੂੰ ਬੇਪਰਵਾਹ ਪ੍ਰਮਾਤਮਾ ਦੀਆਂ ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਕੇਵਲ ਪੋਹ ਦਾ ਮਹੀਨਾ ਇਹ ਨਾ ਸਮਝਿਓ, ਤੁਹਾਡੀ ਜ਼ਿੰਦਗੀ, ਇਹ ਮਨੁੱਖਾ ਜਨਮ ਵੀ ਇੱਕ ਪੋਹ ਦਾ ਮਹੀਨਾ ਹੈ। ਔਰ ਇਸ ਪੋਹ ਦੇ ਮਹੀਨੇ ਵਿੱਚ ਵਿਕਾਰਾਂ ਦੀ ਠੰਡ ਤੋਂ ਬਚਿਓ, ਬਰਫ਼ ਤੋਂ ਬਚਿਓ, ਔਗਣਾਂ ਦੀ ਠੰਡ ਤੋਂ ਬਚ ਕੇ ਰਹੋ ਤੇ ਗੁਰੂ ਦੇ ਲੜ ਲੱਗ ਕੇ ਆਪਣਾ ਇਹ ਪੋਹ ਦਾ ਮਹੀਨਾ ਸਫਲਾ ਤੇ ਪਵਿੱਤਰ ਬਣਾ ਲਿਓ। ਅੱਜ ਦੇ ਮਹੀਨੇ ਦੁਆਰਾ ਗੁਰੂ ਜੀ ਨੇ ਇਹ ਉਪਦੇਸ਼ ਤੇ ਸੰਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ। ਭੁੱਲ ਚੁੱਕ ਦੀ ਖਿਮਾ ਕਰਨੀ, ਸਮੂਹ ਸਾਧ ਸੰਗਤ ਦੀ ਹਾਜ਼ਰੀ, ਸੇਵਾ ਗੁਰੂ ਦਰ ਪ੍ਰਵਾਨ ਹੋਵੇ ਜੀ। ਕਰੋ ਗੁਰੂ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ